C5 ਚੈਨਲ ਤਾਂ ਤੁਹਾਡਾ ਆਪਣਾ ਅਤਿੰਦਰਪਾਲ ਸਿੰਘ ਆਪ ਸਾਰਿਆਂ ਦਰਸ਼ਕਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਵਿੱਚ ਮਾਝਾ ਹਲਕੇ ਵਿੱਚ ਮਜੀਠੇ ਵਿੱਚ ਮਾਝੇ ਦੇ ਮਜੀਠੇ ਹਲਕੇ ਵਿੱਚ ਪਿੰਡ ਇਨਾਇਤਪੁਰੇ ਵਿਖੇ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਘਟਨਾਵਾਂ ਹੁਣ ਸ਼ਾਂਤ ਹੋ ਚੁੱਕੀਆਂ ਹਨ ਤੇ ਸ਼ਾਂਤੀ ਦੇ ਮਾਹੌਲ ਵਿੱਚ ਸਾਨੂੰ ਉਹਨਾਂ ਘਟਨਾਕ੍ਰਮਾਂ ਤੋਂ ਜਿਹੜੇ ਪ੍ਰਤੀਬਿੰਬ ਉਭਰੇ ਹਨ ਅਤੇ ਉਹਨਾਂ ਪ੍ਰਤੀਬਿੰਬਾਂ ਦਾ ਜਿਹੜਾ ਸਿੱਖ ਸਮਾਜ 'ਤੇ ਅਸਰ ਪਿਆ, ਜਿਹੜਾ ਸਮੁੱਚੇ ਪਾਸੇ ਸੰਦੇਸ਼ ਗਿਆ, ਹੁਣ ਸ਼ਾਂਤੀ ਦੇ ਮਾਹੌਲ ਵਿੱਚ ਉਸ 'ਤੇ ਵਿਚਾਰ ਕਰਨੀ ਬੜੀ ਜ਼ਰੂਰੀ ਬਣਦੀ ਹੈ। ਦਰਅਸਲ ਹਮੇਸ਼ਾ ਹੁੰਦਾ ਇੰਝ ਹੈ ਕਿ ਸਿੱਖ ਸਮਾਜ ਵਿੱਚ ਜਦੋਂ ਤੱਤ ਪੜਤੇ ਕੁਛ ਵਾਪਰਦਾ ਉਦੋਂ ਅਸੀਂ ਸਾਰੇ ਹੀ ਬਹੁਤ ਜੋਸ਼ ਵਿੱਚ ਆ ਕੇ, ਕੁਛ ਇੱਕ ਅਨਸਰ ਹੋਸ਼ ਵਿੱਚ ਆ ਕੇ ਵੀ ਅਤੇ ਕੁਛ ਇੱਕ ਅਨਸਰ ਸਰਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਸਰਗਰਮ ਹੋ ਕੇ ਉਸ ਉੱਭਰੇ ਮਾਹੌਲ ਜਾਂ ਮੁੱਦੇ ਨੂੰ ਸਰਕਾਰ ਪੱਖੀ ਧਿਰਾਂ ਦੇ ਹਿਸਾਬ ਨਾਲ ਸਰਕਾਰੀ ਪਰਿਪੇਖ ਵਿੱਚ ਠੱਪਣ ਲਈ ਸਰਗਰਮ ਹੋ ਜਾਂਦੇ ਹਨ। ਜਦੋਂ ਮਾਮਲਾ ਠੱਪਿਆ ਜਾਂਦਾ, ਸੰਭਾਲਿਆ ਨਹੀਂ ਜਾਂਦਾ, ਮਾਮਲਾ ਠੱਪਿਆ ਜਾਂਦਾ। ਜਦੋਂ ਮਾਮਲਾ ਠੱਪ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ 'ਤੇ ਕੋਈ ਵੀ ਚਰਚਾ ਨਹੀਂ ਕਰਦਾ, ਉਸ ਦੇ ਪਰਿਣਾਮਾਂ 'ਤੇ ਕੋਈ ਚਰਚਾ ਨਹੀਂ ਕਰਦਾ, ਉਸ ਤੋਂ ਨਿਕਲਣੇ ਵਾਲੇ ਨਤੀਜਿਆਂ 'ਤੇ ਕੋਈ ਚਰਚਾ ਨਹੀਂ ਕਰਦਾ, ਉਹਨਾਂ ਨਤੀਜਿਆਂ ਦਾ ਸਿੱਖੀ 'ਤੇ ਪੈਣ ਵਾਲੇ ਪ੍ਰਭਾਵ 'ਤੇ ਕੋਈ ਚਰਚਾ ਨਹੀਂ ਕਰਦਾ, ਸਿੱਖ ਮਨੋਬਿਰਤੀ 'ਤੇ ਉਸ ਦਾ ਕੀ ਅਸਰ ਗਿਆ ਉਸ 'ਤੇ ਕੋਈ ਚਰਚਾ ਨਹੀਂ ਕਰਦਾ, ਸਿੱਖ ਅਣਖ 'ਤੇ ਉਸ ਦੀ ਕੀ ਸੱਟ ਵੱਜੀ ਹੈ ਉਸ 'ਤੇ ਕੋਈ ਚਰਚਾ ਨਹੀਂ ਕਰਦਾ, ਸਿੱਖ ਧਰਮ ਦੇ ਉਸ ਨਾਲ ਕੀ ਮਾੜੇ ਅਸਰ ਪਏ ਨੇ ਇਸ 'ਤੇ ਵੀ ਕੋਈ ਚਰਚਾ ਨਹੀਂ ਕਰਦਾ। ਜਦ ਕਿ ਠੀਕ ਹੈ, ਮੁੱਦਾ ਜਿਹੜਾ ਉਹ ਪੈਦਾ ਹੋਇਆ, ਜੋ ਮੁਸੀਬਤ ਸਾਹਮਣੇ ਆਈ, ਉਸ ਤੋਂ ਬਾਅਦ ਉਸ ਨੂੰ ਜਿਵੇਂ ਵੀ ਹੱਲ ਕਰ ਲਿਆ ਗਿਆ, ਪਰ ਹੱਲ ਕਰਨ ਤੋਂ ਬਾਅਦ ਉਸ ਦੇ ਚੰਗੇ ਮਾੜੇ ਪ੍ਰਭਾਵਾਂ 'ਤੇ ਜ਼ਿਕਰ ਤਾਂ ਹੋਣਾ ਚਾਹੀਦਾ, ਔਰ ਉਹਨਾਂ ਜਥੇਬੰਦੀਆਂ ਨਾਲੋਂ ਜ਼ਿਆਦਾ ਜ਼ਿਕਰ ਹੋਣਾ ਚਾਹੀਦਾ ਜਿਹੜੀਆਂ ਜਥੇਬੰਦੀਆਂ ਸਿੱਖੀ ਨਮਿਤ ਕਾਰਜਸ਼ੀਲ ਨੇ ਤੇ ਨੁਮਾਇੰਦੇ ਬਣਦੇ ਨੇ ਸਿੱਖਾਂ ਵੱਲੋਂ। ਉਹਨਾਂ ਵੱਲੋਂ ਵੀ ਉਸ 'ਤੇ ਚਰਚਾ ਅਤੇ ਉਸ ਦਾ ਵਿਸ਼ਲੇਸ਼ਣ ਅਵੱਸ਼ ਹੋਣਾ ਚਾਹੀਦਾ, ਜਿਨ੍ਹਾਂ ਦੇ ਪ੍ਰਤੀਨਿਧ ਬਣ ਕੇ ਉਹ ਲੋਕ ਸ਼ਾਮਲ ਹੁੰਦੇ ਨੇ। ਅਜਿਹਾ ਹੀ ਇਨਾਇਤਪੁਰਾ ਦੀ ਘਟਨਾ ਵਿੱਚ ਮਜੀਠਾ ਦੇ, ਜਿੱਥੇ ਕਿ ਗੁੱਜਰਾਂ ਨੇ ਸਿੱਖ ਕੌਮ ਦੀ ਇੱਕ ਅਣਖ ਅਤੇ ਇੱਜ਼ਤ ਨੂੰ ਵੰਗਾਰਿਆ। ਮੈਂ ਘਟਨਾ ਦੀ ਹੁਣ ਤੁਹਾਡੇ ਨਾਲ ਚਰਚਾ ਨਹੀਂ ਕਰ ਰਿਹਾ, ਤਾਂ ਦੋ ਪਰਿਵਾਰਾਂ ਦਾ ਆਪਸੀ ਸੀ ਨਹੀਂ ਸੀ, ਕੀ ਸੀ ਕੀ ਨਹੀਂ ਸੀ, ਉਸ ਨੂੰ ਸਾਡੇ ਜਿਹੜੇ ਮੋਹਤਬਰ ਬੰਦਿਆਂ ਨੇ ਹੱਲ ਕਰਾ ਦਿੱਤਾ, ਠੀਕ ਕਰਾਇਆ ਜਾਂ ਮਾੜਾ ਕਰਾਇਆ, ਕਿਉਂਕਿ ਅਸੀਂ ਤਾਂ ਚਰਚਾ ਕਰਨਾ ਹੀ ਨਹੀਂ ਚਾਹੁੰਦੇ ਤੇ ਇਸ ਲਈ ਦਾਸ ਵੀ ਉਸ 'ਤੇ ਚਰਚਾ ਨਹੀਂ ਕਰਨਾ ਚਾਹੁੰਦਾ, ਇਸ ਲਈ ਕਿਉਂਕਿ ਤੁਸੀਂ ਉਸ 'ਤੇ ਚਰਚਾ ਨਹੀਂ ਕਰਨਾ ਚਾਹੁੰਦੇ। ਨਹੀਂ ਤਾਂ ਅਸੀਂ ਤਾਂ ਉਸ ਮੁੱਦੇ 'ਤੇ ਬੜੀ ਗੰਭੀਰ ਚਰਚਾ ਕਰਨਾ ਚਾਹੁੰਦੇ ਸੀ, ਹੁਣ ਵੀ ਚਾਹੁੰਦੇ ਹਾਂ, ਸਾਰੀਆਂ ਧਿਰਾਂ ਨੂੰ ਨਾਲ ਬਿਠਾ ਕੇ ਵੀ ਕਰਨਾ ਚਾਹੁੰਦੇ ਹਾਂ। ਜੇ ਸਾਰੀਆਂ ਧਿਰਾਂ ਸਹਿਮਤ ਹੋ ਜਾਣ, ਅਸੀਂ ਇਸ ਵਿਸ਼ੇ 'ਤੇ ਇੱਕ ਵਿਸ਼ੇਸ਼ ਇੰਟਰਵਿਊ ਸੈਸ਼ਨ ਕਰਨ ਵਿੱਚ ਮਾਣ ਹਾਸਲ ਕਰਾਂਗੇ, ਜੋ ਧਿਰਾਂ ਸਾਡੇ ਨਾਲ ਸੰਪਰਕ ਕਰਨ। ਪਰ ਉਸ 'ਤੇ ਪੈਣ ਵਾਲੇ ਪਾਏ ਪ੍ਰਭਾਵਾਂ 'ਤੇ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਦੇਖੋ, ਮਾਮਲਾ ਕਿਸੇ ਨੇ ਕਿਹਾ ਜਾਤੀ ਸੀ, ਕਿਸੇ ਨੇ ਕਿਹਾ ਜਾਤੀ ਨਹੀਂ ਸੀ, ਪਰ ਉਸ ਜਾਤੀ ਮਾਮਲੇ ਨੂੰ ਕੌਮੀ ਅਤੇ ਫਿਰਕੂ ਰੰਗਤ ਦਿੱਤੀ ਸ਼ਾਹੀ ਇਮਾਮ ਨੇ, ਜਿਹੜੇ ਮੁਸਲਮਾਨਾਂ ਦੇ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨੇ। ਉਹਨਾਂ ਨੇ ਇਸ ਨੂੰ ਫਿਰਕੂ ਰੰਗਤ ਦੇ ਦਿੱਤੀ। ਉਹ ਇਸ ਮਸਲੇ ਵਿੱਚ 3 ਫੁੱਟੀ ਤਲਵਾਰ, ਜਿਹੜੀ ਕਿ ਇਸਲਾਮ ਵਿੱਚ ਨਹੀਂ ਚੁੱਕੀ ਜਾਂਦੀ, ਕੋਈ ਧਾਰਮਿਕ ਸ਼ਖਸ ਨਹੀਂ ਚੁੱਕਦਾ ਉਹਨਾਂ ਦਾ, ਉਸ ਵਿੱਚ ਉਹਨਾਂ ਨੇ ਪੰਜਾਬ ਵਿੱਚ ਸਿੱਖੀ 'ਚ ਆਪਣੇ ਆਪ ਨੂੰ ਵੰਗਾਰਨ ਦੇ ਪੱਖ ਨਾਲ ਵੀ ਕਿਹਾ ਕਿ ਪੁਲਿਸ ਨੂੰ ਚਾਬੀ ਭਰ ਕੇ ਆਇਆ, ਚਾਬੀ ਭਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਇਹਨਾਂ ਸਾਰਿਆਂ ਚੀਜ਼ਾਂ 'ਤੇ ਮਿੱਟੀ ਪਾਉਣ ਦਾ ਕੰਮ
ਇੱਕ ਸਾਡੇ ਸਿੱਖ ਅਲਾਇੰਸ ਜਥੇਬੰਦੀਆਂ ਦਾ ਅਲਾਇੰਸ ਹੈ, ਸਿੱਖ ਅਲਾਇੰਸ ਉਹਨੂੰ ਕਹਿੰਦੇ ਨੇ, ਉਸ ਦੇ ਸਰਦਾਰ ਪਰਮਪਾਲ ਸਿੰਘ ਸਭਰਾ ਅਖਵਾਉਂਦੇ ਨੇ। ਉਹ ਸਭਰਾ ਜੀ ਉਸ ਦੇ ਮੁਖੀ ਨੇ ਜਾਂ ਨੁਮਾਇੰਦੇ ਹਰ ਥਾਂ ਤੇ ਬਣ ਕੇ ਜਾਂਦੇ ਨੇ। ਇਸ ਮਸਲੇ ਵਿੱਚ ਵੀ ਉਹ ਲੋਕ ਪਏ, ਪਰ ਜਿਹੜੇ ਸਿੱਖਾਂ ਨਾਲ ਉਹ ਮਸਲਾ ਬਿਲਕੁਲ ਸੰਬੰਧਿਤ ਸੀ, ਉਹਨਾਂ ਸਿੱਖਾਂ ਨੇ ਇਹਨਾਂ ਨੂੰ ਸਾਈਡ ਤੇ ਕਰਕੇ ਕਿਸਾਨ ਯੂਨੀਅਨਾਂ ਰਾਹੀਂ ਆਪਣੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਯੂਨੀਅਨਾਂ ਨੇ ਉਸ ਵਿੱਚ ਕੀ ਰੋਲ ਅਦਾ ਕੀਤਾ, ਉਹ ਵੀ ਆਪਣੇ ਆਪ ਵਿੱਚ ਇੱਕ ਸੰਵਾਦ ਦਾ ਵਿਸ਼ਾ ਹੈ। ਅਸਲ ਵਿਸ਼ਾ ਜਿਹੜਾ ਸੀ ਹੋਇਆ ਸੀ ਕਿ ਜਿਹੜੇ ਲੁਧਿਆਣਵੀ ਜੀ ਸ਼ਾਹੀ ਇਮਾਮ ਜੀ ਨੇ ਇਸ ਨੂੰ ਫਿਰਕੂਵਾਨਾ ਰੰਗਤ ਦਿੱਤੀ ਸੀ ਅਤੇ ਮੁਸਲਮਾਨ ਸਿੱਖ ਵਰਸਸ ਬਣਾ ਕੇ ਗੁਜਰਾਂ ਦੇ ਵੱਡੇ ਇਕੱਠ ਕੀਤੇ ਸੀ, ਸਿੱਖਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ, ਤੇ ਗੁਜਰਾਂ ਨੇ ਜਿਹੜੇ ਇੱਕ ਟੱਬਰ ਦੇ ਘਰ ਤੇ 150 ਤੋਂ ਵੱਧ ਗੁਜਰਾਂ ਨੇ ਦਰਵਾਜ਼ੇ ਭੰਨੇ ਸਨ, ਉਸ ਮੁੱਦੇ ਤੇ ਕਿਸੇ ਨੇ ਵੀ ਗੱਲ ਨਹੀਂ ਕੀਤੀ, ਕਿਉਂਕਿ ਉਹ ਫਿਰ ਜਾਤੀ ਰੰਜਿਸ਼ ਜਾਂ ਜਾਤੀ ਝਗੜਾ ਨਹੀਂ ਰਹਿ ਗਿਆ। ਉੱਥੇ ਜਿਸ ਵੇਲੇ ਸਿੱਖ ਔਰਤਾਂ ਤੇ ਅੱਗੇ ਲਲਕਾਰੇ ਮਾਰੇ ਗਏ ਚਾਦਰੇ ਚੁੱਕ ਕੇ, ਉਹ ਫਿਰ ਇੱਕ ਜਾਤੀ ਮਸਲਾ ਨਹੀਂ ਰਿਹਾ, ਉਹ ਜਾਤੀ ਤੋਂ ਸਮਾਜੀ ਬਣ ਗਿਆ, ਸਮਾਜੀ ਤੋਂ ਧਾਰਮਿਕ ਬਣ ਗਿਆ। ਕਿਉਂਕਿ ਪੁਲਿਸ ਨੇ ਜਿਹੜੀ ਚੀਜ਼ ਉੱਥੇ ਜੋ ਰੋਲ ਅਦਾ ਕੀਤਾ, ਮਿਸਟਰ ਭਗਵੰਤ ਮਾਨ ਗ੍ਰਹਿ ਮੰਤਰੀ ਅਤੇ CM ਪੰਜਾਬ ਦੀ ਦੇਖ ਰੇਖ ਵਿੱਚ, ਉਹ ਸਾਰੀ ਚੀਜ਼ ਨੇ ਸਿੱਖਾਂ ਨੂੰ ਸਬਕ ਸਿਖਾਉਣ ਤੇ ਸਿੱਖੀ ਦੀ ਹੇਠੀ ਕਰਾਉਣ ਲਈ ਖੁੱਲੀ ਛੂਟ ਦਿੱਤੀ ਗਈ। ਇਸ ਲਈ ਇਹ ਪ੍ਰਸ਼ਾਸਨਿਕ ਮਸਲਾ ਵੀ ਹੈਗਾ, ਸਿੱਖੀ ਬਨਾਮ ਪ੍ਰਸ਼ਾਸਨ ਵੀ ਬਣ ਗਿਆ। ਪ੍ਰਸ਼ਾਸਨ ਨੇ 144 ਲੱਗਣ ਦੇ ਬਾਵਜੂਦ ਗੁਜਰਾਂ ਦੇ ਉੱਥੇ ਭਾਰੀ ਇਕੱਠ ਕਰਾਏ ਤੇ ਸਿੱਖਾਂ ਤੋਂ ਘਰ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ। ਇਸ ਲਈ ਇਹ ਕਾਨੂੰਨ ਵਿਵਸਥਾ ਦਾ ਮਸਲਾ ਵੀ ਬਣ ਗਿਆ ਕਿ ਤੁਸੀਂ ਲੋਕਲ ਵਸਨੀਕਾਂ ਨੂੰ ਪਿੰਡ ਵਿੱਚੋਂ ਬੇਦਖਲ ਕਰਾ ਦਿੱਤਾ, ਉਹਨਾਂ ਦੇ ਡੰਗਰ ਵੱਛੇ ਵੀ ਆਪਣੀ ਖੁਰਾਕ ਲੈਣ ਤੋਂ ਮਰਹੂਮ ਕਰ ਦਿੱਤੇ, ਕੁਛ ਇੱਕ ਮਰ ਵੀ ਗਏ, ਉਹਨਾਂ ਦੇ ਘਰ ਖਾਲੀ ਕਰਾ ਲਏ, ਔਰਤਾਂ ਸਹਿਮੀਆਂ ਡਰੀਆਂ ਰਹੀਆਂ, ਔਰਤਾਂ ਦੀ ਬੇਇੱਜ਼ਤੀ ਕੀਤੀ ਗਈ, ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਕੀਤੀ ਗਈ। ਗੁਜਰਾਂ ਦੇ ਇਕੱਠਾਂ ਨੇ ਜਾ ਕੇ ਦਰਵਾਜ਼ੇ ਭੰਨੇ, 150-100 ਦੇ ਹਜੂਮ ਨੇ ਦਰਵਾਜ਼ੇ ਭੰਨੇ। ਉਹ ਸਾਰੀਆਂ ਚੀਜ਼ਾਂ ਕਿਸਾਨ ਯੂਨੀਅਨਾਂ ਵੱਲੋਂ ਵੀ ਢੰਗ ਨਾਲ ਨਾ ਚੁੱਕੀਆਂ ਗਈਆਂ, ਨਾ ਉਹਨਾਂ ਦੇ ਹੱਲ ਕੱਢੇ ਗਏ। ਮੁਸਲਮਾਨਾਂ ਨੇ ਉਸ ਦਾ ਪੂਰਾ ਫਾਇਦਾ ਚੁੱਕਿਆ। ਗੁਜਰਾਂ ਦੀ ਬਾਲਾਦਸਤੀ ਨੂੰ ਬਰਕਰਾਰ ਕੀਤਾ ਗਿਆ, ਜਿਵੇਂ ਪ੍ਰਵਾਸੀਆਂ ਦੀ ਬਾਲਾਦਸਤੀ ਬਰਕਰਾਰ ਕੀਤੀ ਜਾਂਦੀ ਹੈ। ਇਹਨਾਂ ਸਾਰੇ ਮਸਲਿਆਂ ਵਿੱਚ ਜਿਵੇਂ ਸਭਰਾ ਜੀ ਦੇ ਸੱਜੇ ਹੱਥ ਮੰਨੇ ਜਾਂਦੇ ਸ੍ਰੀ ਸੁਖਬੀਰ ਸਿੰਘ ਜੀ, ਉਹਨਾਂ ਨੇ ਆਪਣੇ ਫੇਸਬੁੱਕ ਤੇ, ਸੁਖਬੀਰ ਸਿੰਘ ਫਗਵਾੜਾ ਆਪਣੇ ਫੇਸਬੁੱਕ ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਲਿਖਿਆ, ਅਨਾਇਤਪੁਰ ਮਸਲੇ ਤੇ SSP ਪੰਜਾਬ ਪੁਲਿਸ ਅੰਮ੍ਰਿਤਸਰ ਨੂੰ ਮਿਲ ਕੇ ਮਸਲੇ ਬਾਰੇ ਗੱਲਬਾਤ ਕਰਦੇ ਹੋਏ ਮੁਸਲਿਮ ਭਾਈਚਾਰੇ ਵੱਲੋਂ ਸ਼ਾਹੀ ਇਮਾਮ ਪੰਜਾਬ ਵੱਲੋਂ ਮੁਸਤਕੀਨ ਜੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ ਅਲਾਇੰਸ ਵੱਲੋਂ ਨੁਮਾਇੰਦੇ ਪਰਮਪਾਲ ਸਿੰਘ ਸਭਰਾ। ਦੂਸਰੀ ਫੋਟੋ ਉਹਨਾਂ ਨੇ ਸਾਂਝੀ ਕੀਤੀ, ਉਸ ਵਿੱਚ ਇੱਕ ਵੀਡੀਓ ਹੀ ਸਾਂਝੀ ਕੀਤੀ। ਉਸ ਵਿੱਚ ਉਹਨਾਂ ਨੇ ਕਿਹਾ, ਨਵੀਂ ਅਪਡੇਟ ਅਨਾਇਤਪੁਰ ਮਸਲਾ ਗੋਲੀ ਚਲਾਉਣ ਵਾਲੇ 2 ਸਿੱਖ ਵੀਰ ਪੰਥਕ ਜਥੇਬੰਦੀਆਂ ਨਾਲ ਕੋਈ ਵੀ ਰਾਬਤਾ ਕੀਤੇ ਬਗੈਰ ਕਿਸਾਨ ਜਥੇਬੰਦੀਆਂ ਰਾਹੀਂ ਹੋਏ ਪੇਸ਼, ਜਦਕਿ ਸਾਡਾ ਸਟੈਂਡ, ਉਹਨਾਂ ਨੇ ਆਪਣਾ ਸਟੈਂਡ ਪ੍ਰਗਟ ਕੀਤਾ। ਤੀਸਰੀ ਪੋਸਟ ਹੈਗੀ ਹੈ ਸਰਦਾਰ ਗੁਰਸੇਵਕ ਸਿੰਘ ਧੌਲਾ ਜੀ ਦੀ। ਉਹਨਾਂ ਨੇ ਇਸ ਮਸਲੇ ਵਿੱਚ ਜ਼ਿਕਰ ਕੀਤਾ, ਗੁਜਰਾਂ ਵਾਲੇ ਮਸਲੇ ਵਿੱਚ ਜਿਹੜੇ ਸਿੰਘ ਅੱਜ ਘਟਨਾ ਸਥਾਨ ਤੇ ਗਏ ਸੀ, ਉਹ ਫੇਠਾਂ ਪਰਮਪਾਲ ਸਿੰਘ, ਸੁਖਬੀਰ ਸਿੰਘ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਲੈਕਸ਼ਨ ਲੜੇ
एक होर सुखबीर सिंह ने, वो सारे मुस्तकीन जी नाल फोटो साझी कर रहे हैं। वो असी सारे सिख भरा मेरे खड़े ने, वो फोटो साझी करते हुए मैं फोटो तुहानूं स्क्रीन ते पोस्टां भी ते फोटो भी स्क्रीन ते दिखा रहा। गुजरां वाले मसले ਜਿਹੜੇ ਸਿੰਘ ਅੱਜ घटना स्थान ते गए सी उन्हां दा विरोध ना करो। घरे बैठ के मसले नूं देखण अते मौके ते जाके स्थिति नूं समझण विच बहुत फर्क हुंदा है। ਜਿਹੜੇ ਸਿੰਘ उत्थे गए सी उन्हां ने सो कुछ सोच के ही फैसले कीते होणगे। ਜਿਹੜੇ ਸਿੰਘ उत्थे गए सी उन्हां दे नाल खड़ो अते हर किस्म दा सहयोग दिओ। जरूरी नहीं ਜਿਹੜੀ गल ਉਹ ਤੁਹਾਨੂੰ दस रहे हैं ਉਹੀ अंतम होवे। कुछ गल्लां नूं जनतक नहीं किया जा सकता हुंदा। गल नूं समझिया करो। बड़ी अच्छी गल समझा रहे हैं। नाल ही उन्होंने फिर हेठां सैकेंड पैरे च लिखा एक होर गल, ये शाही इमाम मुसलमानां विच कोई वड्डी हस्ती नहीं हुंदी। मेले विच चक्की राहे जिन्नी पुछ हुंदी है इसदी। इस टिप्पणी ते खास ध्यान दिया जे। मेले विच चक्की राहे जिन्नी पुछ हुंदी है इसदी। मैं तुहानूं दिखा रहा क्योंकि श्री अकाल तख्त साहब के नुमाइंदे के तौर पर सबरा साहब जिहड़े कि सरनेम भी लगाते हैं सबरा, वो अकाल तख्त साहब के नुमाइंदे भी ने सिख रहत मर्यादा अनुसार। पर मैनू अज तक समझ नहीं आई जिमें सरदार सुखबीर सिंह होरां फगवाड़े वालियां ने लिखा कि श्री अकाल तख्त साहब अमृतसर दे ते अलाइंस के नुमाइंदे। अलाइंस नाल मैं कोई वो नहीं है, मैं क्यों मेरा उदों तो थोड़ी जी मेरे नाल खुंदक खांदे ने। जो मैं पहला इन्हों पूछा सी बई अलाइंस दियाँ 31 जथेबंदियाँ किहड़ियां ने, सानू उन्हां दी लिस्ट अते उन्हां दे प्रधान अहुदेदार सारे दसे जान, उन्हां दे टैलीफोन नंबर दिते जान, असीं उन्हां सारिਆਂ दी इंटरव्यू करना चाहुंदे आ। पर सानू कुछ भी प्रोवाइड नहीं सी कराया गया। पर वो साडे नाल खफा हो गए इन्हां मुद्दिआं ते। उन्होंने बड़ियां गुप्त तरीके नाल जाहर ना करते हुए पहला मीटिंगां करनियां फिर जाहर करना, इहो जे बड़े काम कीते। उन्होंने यह भी काम कीते सन लुधियाने विच सिख मुस्लिम सांझां दे अलंबरदार ने है सारे बंदे जिन्हां दा मैं तुहाडे नाल जिक्र कर रहा। इन्हां ने मसीत तो बिरयानी मंगाई सी और गुरुद्वारा साहब तो लंगर मंगाया सी ते फिर सांझा लंगर कह के उन्होंने छकिया ते छकवाया सी। अजिहियां गल्लां इन्हां ने बड़ियां कीतियां ने। लंगर की परंपरा विच भी उन्हें परंपरावां गुरमत अनुसार ने नहीं ने, श्री अकाल तख्त साहब दे नुमाइंदे ने या नहीं ने, सिख अलायंस वाले सिख मुसलमान सांझा फ्रंट या सांझा पैदा करने वाले बंदे ने। अजिहे बंदियां ने पहला इन्हां शाही इमाम साहब नाल ही मिल के इस सांझा नूं ते सांझा दी डोर दी पतंग चाड़ी सी, तुनके भी बड़े मारे सन। अज उही बंदे लिख रहे ने कि शाही इमाम मुसलमानां दे समाज विच एक चक्की राहे जिन्नी भी हैसीयत नहीं रखता। तो भाई जे चक्की राहे जिन्नी वो हैसीयत नहीं रखता तो फिर उहदे नाल तुसीं सिख मुस्लिम सांझां दी पींग क्यों चाड़ी सी, पतंग नूं तुनके क्यों मारे सन? उदों तुहानूं यह समझ नहीं सी हैगी। तुसीं सिखां नूं क्यों उलझाया? तुसीं पिंडां च मस्जिदां जीवत कीतियां, तुसीं पंजाब दी आबादी दे तवाजन नूं विगाड़िया, सिख आबादी दे तवाजन विच मुस्लिम आबादी नूं कई गुणा वधाया। उदों तुहानूं नहीं सी पता कि शाही इमाम चक्की राहे जिन्नी भी हैसीयत नहीं रखता। चलो मान लिया तुहानूं हुण पता चल गया, कोई गल नहीं। हुण जिहड़ा बंदा चक्की राहे जिन्नी हैसीयत नहीं रखता वो श्री अकाल तख्त साहब दे नुमाइंदे नूं तुच्छ जानदा और अपना प्रतिनिध भेजदा मुस्तकीन। उहदे नाल बैठ के तुसीं मीटिंगां करदे हो पुलिस डिपार्टमेंट दे वड्डे अफसरां नाल भी, ते सिखां नूं समझाਉਂਦੇ भी हो सारियां गल्लां दसियां नहीं जा सकदियां। कुछ गल्लां समाज नूं दस्सण योग नहीं हुंदियां। क्यों कि समाज नूं हमेशा पर्दे 'ਚ ही रखिया जाना चाहिए।
ਉਹ ਵੀ ਸਿੱਖ ਸਮਾਜ ਨੂੰ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਟੋਟਲ ਸੱਭਿਆਚਾਰ ਵਿੱਚ ਕਿਸੇ ਵੀ ਗੱਲ ਨੂੰ ਪਰਦੇ 'ਚ ਨਹੀਂ ਰੱਖਦਾ। ਉਸ ਨੂੰ ਤੁਸੀਂ ਪਰਦੇ 'ਚ ਰਖਵਾਉਣ ਦੀਆਂ ਗੱਲਾਂ ਕਰਦੇ ਹੋ। ਖੰਡੇ ਬਾਟੇ ਦੀ ਪੌਲ ਛਕਾਉਣ ਦੇ ਸਿਧਾਂਤ ਵਿੱਚ 5 ਪਿਆਰਿਆਂ ਨਾਲ ਤੰਬੂ 'ਚ ਕੀ ਵਾਪਰਿਆ, ਉਸ ਤੋਂ ਸਿਵਾ ਕੋਈ ਚੀਜ਼ ਸਿੱਖ ਸਮਾਜ ਵਿੱਚ ਪਰਦੇ 'ਚ ਨਹੀਂ ਰੱਖੀ ਗਈ। ਉਹਦੇ 'ਚ ਵੀ ਵਿਦਵਾਨਾਂ ਨੇ ਛੇਕ ਕਰ ਲਿਆ, ਆਪਣੀ ਮੱਤ ਵਾੜ ਦਿੱਤੀ। ਹੁਣ ਮੁਸਤਕੀਨ ਨਾਲ ਫਿਰ ਤੁਸੀਂ ਕਿਉਂ ਬੈਠੇ? ਉਹ ਸ਼ਾਹੀ ਇਮਾਮ ਤਾਂ ਆਇਆ ਹੀ ਨਹੀਂ, ਜਿਹਨੂੰ ਤੁਸੀਂ ਚੱਕੇ ਰਾਈ ਜਿੰਨੀ ਵੀ ਅਹਿਮੀਅਤ ਨਹੀਂ ਦਿੰਦੇ। ਉਹਨੇ ਤੁਹਾਡੀ ਅਹਿਮੀਅਤ, ਤੁਹਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਹਿਮੀਅਤ, ਉਸਦੇ ਪ੍ਰਤੀਨਿਧ ਦੀ ਅਹਿਮੀਅਤ ਦੀ ਔਕਾਤ ਤੁਹਾਨੂੰ ਸਮਝਾ ਦਿੱਤੀ। ਗੱਲ ਅਸਲ ਜੇ ਇਹ ਸਮਝਣ ਵਾਲੀ, ਜਿਹੜੀ ਜਿਸ ਗੱਲ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ, ਕਿਉਂਕਿ ਅਸੀਂ ਸਿੱਖ ਧਰਮ ਦੀ ਹਰ ਥਾਂ ਤੇ ਧੜਮ ਚੌਧਰੀ ਬਣ ਕੇ ਬੇਇੱਜ਼ਤੀ ਕਰਾ ਕੇ ਫਿਰ ਉਹਨੂੰ ਖਿਲਾਰ ਦਿੰਦੇ ਆ, ਖਿਲਾਰ ਕੇ ਫਿਰ ਕਹਿੰਦੇ ਆ ਦੇਖੋ ਅਸੀਂ ਕਿੰਨਾ ਅੱਛਾ ਕੰਮ ਕੀਤਾ। ਅਨਾਇਤਪੁਰ ਵਿੱਚ ਕੀ ਕਰਕੇ ਆਏ ਹੋ ਮੈਨੂੰ ਦੱਸੋ। ਕਿਸਾਨ ਜਥੇਬੰਦੀਆਂ ਨੇ ਵੀ ਕੀ ਕੀਤਾ ਉਹ ਵੀ ਦੱਸਣ। ਇਹ ਵੀ ਦੱਸਣਾ ਬੜਾ ਜ਼ਰੂਰੀ ਹੈ, ਲਾਜ਼ਮੀ ਹੈ। ਸਰਦਾਰ ਪਰਮਪਾਲ ਸਿੰਘ ਸਭਰਾ ਜੀ ਵੱਲੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਕਿਦੋਂ ਨੁਮਾਇੰਦਾ ਬਣਾਇਆ, ਆਪਣੀ ਨੁਮਾਇੰਦਗੀ ਕਰਨ ਦੀ ਇਹਨਾਂ ਨੂੰ ਪੱਤਰੀ ਕਿਦੋਂ ਦਿੱਤੀ, ਕਿਹੜੀ ਤਾਰੀਖ ਨੂੰ ਦਿੱਤੀ, ਕਿਹੜੀ ਮੋਹਰ ਹੇਠਾਂ ਦਿੱਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਸ ਗੱਲ ਤੇ ਸਪਸ਼ਟੀਕਰਨ ਦੇਣਾ ਬਣਦਾ ਪੰਥ ਨੂੰ, ਕਿਉਂਕਿ ਉਹਨਾਂ ਦਾ ਨਾਮ ਵਰਤਿਆ ਗਿਆ, ਸ੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤਿਆ ਗਿਆ। ਤੇ ਸਬਰੇ ਵਿੱਚ ਅਗਰ ਵਾਕਈ ਹੀ ਦਿਆਨਤਦਾਰੀ ਹੈ, ਇਮਾਨਦਾਰੀ ਹੈ, ਪੰਥਕ ਜਜ਼ਬਾ ਹੈ, ਤੇ ਉਸ ਚਿੱਠੀ ਨੂੰ ਇਸ ਦੀਆਂ ਸੱਜੀਆਂ ਖੱਬੀਆਂ ਬਾਹਾਂ ਤੇ ਆ ਖੁਦ ਜਾਰੀ ਕਰੇ ਕਿ ਕਿਦੋਂ ਇਹਨੂੰ ਪ੍ਰਤੀਨਿਧਤਾ ਮਿਲੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਇਸ ਤੇ ਸਪਸ਼ਟੀਕਰਨ ਦੇਵੇ ਕਿ ਉਹ ਜਾਤ ਲਿਖਣ ਵਾਲੇ ਤੇ ਜਾਤ ਆਧਾਰਿਤ ਤੁਰਨ ਵਾਲੇ ਇੱਕ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਤੀਨਿਧ ਕਿਵੇਂ ਬਣਾ ਸਕਦਾ, ਕਿਸ ਹਸੀਅਤ ਵਿੱਚ ਬਣਾ ਸਕਦਾ। ਇਸ ਤੇ ਵੀ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਦਾ ਆਉਣਾ ਚਾਹੀਦਾ। ਉਹਨਾਂ ਨੇ ਇਸ ਮਸਲੇ ਨੂੰ ਨਜਿੱਠਣ ਲਈ ਕਿ ਵਾਕਈ ਹੀ ਸਿੱਖ ਸਮਾਜ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਈਡ ਤੇ ਛੱਡ ਕੇ, ਜਿਹੜੀ ਕਿ ਨੁਮਾਇੰਦਾ ਜਥੇਬੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਨੁਮਾਇੰਦਿਆਂ ਨੂੰ ਸਾਈਡ ਤੇ ਛੱਡ ਕੇ, ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਨੂੰ ਸਾਈਡ ਤੇ ਛੱਡ ਕੇ ਇੱਕ ਪ੍ਰਾਈਵੇਟ ਬੰਦੇ ਨੂੰ ਆਪਣਾ ਨੁਮਾਇੰਦਾ, ਪੰਥ ਦਾ ਨੁਮਾਇੰਦਾ, ਸ੍ਰੀ ਅਕਾਲ ਤਖਤ ਸਾਹਿਬ ਦਾ ਨੁਮਾਇੰਦੇ ਤੋਂ ਭਾਵ ਹੈ ਉਹਨਾਂ ਨੇ ਉਸ ਨੂੰ ਪੰਥ ਦਾ ਨੁਮਾਇੰਦਾ ਬਣਾ ਦਿੱਤਾ ਤੇ ਉਸ ਨੂੰ ਪੰਥ ਦੇ ਨੁਮਾਇੰਦੇ ਦੇ ਤੌਰ ਤੇ ਇਸ ਮਾਮਲੇ 'ਚ ਦਖਲ ਦੇਣ ਦਾ ਅਧਿਕਾਰ ਕਿਵੇਂ ਦਿੱਤਾ, ਉਹਨਾਂ ਕੋਲ ਇਸ ਨਮਿਤ ਕੀ ਅਧਿਕਾਰ ਹੈ। ਇਹ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਉਣਾ ਚਾਹੀਦਾ। ਬੜੀ ਵਾਰੀ ਆਖ ਦਿੱਤਾ ਜਾਂਦਾ ਜੀ ਕਿ ਇਹ ਆਲੋਚਨਾ ਨਹੀਂ ਹੈ ਕਿ ਅਤਿੰਦਰਪਾਲ ਸਿੰਘ ਦਾ ਐਵੇਂ ਹੀ ਸਾਡੇ ਪੈਰ ਖਿੱਚਦਾ। ਮੈਂ ਤਾਂ ਹੀ ਸਾਰੇ ਮਸਲੇ ਤੋਂ ਬਾਅਦ ਚੁੱਪ ਰਹਿ ਕੇ ਹੁਣ ਤੁਹਾਡੇ ਨਾਲ ਸੰਵਾਦ ਪੈਦਾ ਕਰ ਰਿਹਾ, ਕਿਉਂਕਿ ਜੋ ਮਸਲੇ ਜਿਵੇਂ ਹੱਲ ਕੀਤੇ ਜਾਂਦੇ ਨੇ ਉਸ ਵਿੱਚ ਕੌਮ ਨੂੰ ਜਿਵੇਂ ਬੇਪਤ ਕਰ ਦਿੱਤਾ ਜਾਂਦਾ ਹੈ, ਕੌਮ ਦੀਆਂ ਮਰਿਆਦਾਵਾਂ ਨੂੰ ਜਿਵੇਂ ਭੰਗ ਕੀਤਾ ਜਾਂਦਾ ਹੈ, ਕੌਮ ਦੀ ਰਹਿਤ ਮਰਿਆਦਾ ਦੀਆਂ ਜਿਵੇਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਉਸ ਆਧਾਰ ਤੇ ਹੁਣ ਸਾਰਾ ਕੁਝ ਪੁਲਾਂ ਦੇ ਹੇਠੋਂ ਪਾਣੀ ਲੰਘ ਗਿਆ, ਸਭ ਕੁਝ ਹੋ ਗਿਆ, ਅਰਚੀ ਸ਼ਾਂਤ ਹੈ। ਹੁਣ ਸੰਵਾਦ ਕਰਨਾ ਤਾਂ ਹਰ ਸਿੱਖ ਦਾ ਫਰਜ਼ ਹੈ। ਇਹ ਸਵਾਲ ਸੰਵਾਦ ਲਈ ਅਲਾਇੰਸ ਨੂੰ ਹੀ ਕੀਤੇ ਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਨੂੰ ਵੀ ਕੀਤੇ ਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਨੂੰ ਵੀ ਮੇਰੇ ਇਹ ਸਵਾਲ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੇਰੇ ਇਹ ਸਵਾਲ ਹਨ, ਅਤੇ ਕਿਸਾਨ ਆਗੂਆਂ ਨੂੰ ਵੀ ਮੇਰੇ ਇਹ ਸਵਾਲ ਹਨ ਕਿ ਉਹਨਾਂ ਨੇ ਇਹਨਾਂ ਮਸਲਿਆਂ ਵਿੱਚ ਜੋ ਸਿੱਖ ਧਰਮ ਦੀ ਬੇਪਤੀ ਅਤੇ ਸਿੱਖ ਧਰਮ ਨੂੰ ਚੈਲੰਜ ਕਰਨ ਦੀ ਜਿਹੜੀ ਨੁਕਤਾ ਨਿਗਾਹ ਤੋਂ ਲੁਧਿਆਣਵੀ ਜੀ ਨੇ ਗੱਲਾਂ ਕੀਤੀਆਂ, ਗੁੱਜਰਾਂ ਨੇ ਲਲਕਾਰੇ ਮਾਰੇ, ਗੁੱਜਰਾਂ ਨੇ ਇਕੱਠ ਕੀਤੇ, ਪ੍ਰਸ਼ਾਸਨ ਨੇ ਜਿਹੜੀ ਠਿੱਬੀ ਲਾਈ, ਉਸ ਨਿਮਿਤ ਉਹਨਾਂ ਨੇ ਕੀ ਸਟੈਂਡ ਲਿਆ।
आखिर सिख पंजाब विच ही बेअणखे करके रख दिते। तुसीं पंजाब विच ही सिखां तो सिखां दी बहुसंख्यक आबादी दे हक नूं खुसा दिता, खत्म करा दिता। तुसीं पंजाब विच ही पंजाब प्रशासन विचों भी सिखां दी बालादस्ती नूं खत्म करा के, सिखां दी हैसीयत नूं मुका के, सिखां दी धार्मिक स्थिति नूं कमज़ोर करवा के आखदे हो कि असी मसले हल कर ले। इस ते बकायदा कौमी संवाद होना चाहिए। अनायतपुरा दी घटना नूं एक नुमाइंदा घटना मान के, नुमाइंदा घटना मान के, एक पिन पॉइंट मान के सिख कौम नूं धार्मिक, समाजक, सभ्याचारक अते पंजाब विच अपनी अणख इज्जत अते हस्ती नूं लैके ते पंथ दी सॉवरेनिटी दे अंतर्गत फैसला कुन फैसले लैके कौम नूं एक मत कर लेना चाहिए। क्योंकि प्रवासियां करके कौम अगे पहला ही बड़िया मुसीबतां आ चुकियां जे। ए हुण उन्हां एक प्रवासियां करके जिन्हां प्रवासियां दे नुमाइंदियां ने सिख कौम दे सबरा साहब नूं भी जिच करके कख दा ना मनदे होए, जिसनूं वो चक्की राह कह रहे ने, उस चक्की राहे ने तुहानूं कख दा ना मनदे होए अपना प्रतिनिधि भेजिया, आप नहीं आया। उन्हें अपना एक बयान वापस नहीं लिया, उन्हें अपनी वीडियो वापस नहीं लई, उन्हें अपनी वीडियो और बयान के संबंध में कोई तुहानूं स्पष्टीकरण नहीं दिता, ते तुसी उस दे हेठां लग के भी उन्होंने चक्की राह दसी जा रहे हो। यह तो अपनियां कच्छां आपे ही वजाउण वाली वो दुरमत है जिस दुरमत ने सिख कौम का हमेशा ही विनाश करवाया है। इन्हां मुद्दों ते संवाद होना चाहिए। असी C5 चैनल वालों सबरा जी नूं भी इनवाइट करते हैं, सुखबीर सिंह फगवाड़े नूं भी इनवाइट करते हैं। असी सुखबीर सिंह श्री मान दे प्रतिनिधि साहब नूं भी इनवाइट करते हैं, गुरसेवक सिंह धौला नूं भी इनवाइट करते हैं। ਜਿਹੜੇ फोटो सज्जन खड़े ने, ਨਿਹੰਗ ਬਾਣਿਆਂ भी खड़े ने, सारिਆਂ ਨੂੰ इनवाइट करते हैं। आओ इस मसले ते फ्रूटफुल गहरी चिंता दर्शाते हुए एक संवाद करिए ते अगे लई सिख कौम दे अजिहे मसलिਆਂ ਨੂੰ किवें हल किया जावे ते किवें हन्ने हन्ने मीरी पैदा ना की जावे, किवें अपने आप नूं आपे ही अकाल तख्त साहब दे ते पंथ दे नुमाइंदे घोषित करन वालियां ते लगाम लाई जावे, किवें श्री अकाल तख्त साहब अपने नुमाइंदे नियुक्त करे। इन्हां चीज़ां ते गंभीर चर्चा करिए, झोली चुक ना बनीए। चापलूसियां तहत श्री अकाल तख्त साहब के कार्यकारी जथेदार की मुट्ठी चाप करके ते फलाना करके ते चापलूसियां करके वो भी कन्नां दे बड़े कच्चे ने, वो भी सिर्फ अपनी चापलूसी ही चाहुंदे ने। सच्ची गल, खरी गल, मर्यादा की गल तो उन्हां दे भी दिमाग विच घट ही उतर रही है, मैनूं यही लग रहा है। वो भी जिहड़ी बंदा सच्ची और स्पष्ट गल करदा उसनूं अपना विरोधी ही मान के तुर रहे ने। वो भी इन्हां गल्लां तो पासे हटीए, सच दे रूबरू खड़ के सिख मर्यादा ते परंपरावां ते रहत मर्यादा नूं हत्थ विच लैके कुछ ठोस संवाद करिए अगे लई, तां पंजाब विच सिख हस्ती, सिख सॉवरेनिटी, सिख अणख, सिख सोच, सिख दृष्टि ਅਤੇ सिख चेतनता ते सिखां दी जमीर दी आवाज़ जिंदा रह सकेगी। नहीं तो असी यह कह के दूजिਆਂ ਨੂੰ ਜਿਹੜੇ सिखी ਦੀਆਂ इन्हां सारियां गल्लां दी ठिब्बी ला देंगे, असी उन्हां ਨੂੰ सिर्फ ਚੱਕੀ राह कह के अपनी बदनामी आप ही खट्टी जावांगे तो सोचांगे असी ਚੱਕੀ राह कहता जी अगले ਨੂੰ।
इंज मसले हल नहीं जे होंदे। ना ही अणख वाली गल जे, ना ही पढ़िया लिखी वाली गल है, ना ही श्री अकाल तख्त साहब के नुमाइंदे के तौर पर प्रतिष्ठा मान है गल है, ना ही ये जिहियां गल्लां करन वाले व्यक्ति गरिमामई निघा सत्कारयोग माहौल कौम लई पैदा करवा सकते हैं। खालसा पंथ नाल यह वीडियो बड़ी गंभीर चर्चा लई सांझी कर रहे हैं। बेनती है इसनूं वध तो वध शेयर करो। अजिहियां वीडियो मैनूं पता तुसीं पसंद नहीं करते, जिहड़ियां दिमाग नूं जाके टुंबदियां ने, सोचण लई मजबूर करदियां ने। असीं उन्हां वीडियो तो भजदे हां, उन्हां मुद्दिआं तो भी भजदे हां। असीं हल्ले 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 ला 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 करन डांगा खड़काउन, बरछे खड़काउन, किरपाना खिंचण ते ही अपना सारा जोर लाया होया। चेतना नूं जगाउण लई दिमाग तो, सोच तो, सुरत तो, विवेक तो गल करनी बड़ी जरूरी जे। इसलिए इस वीडियो नूं चाहे दोबारा सुन लिया जे, खलार जरूर दिया जे, शेयर जरूर कर दिया जे, लाइक जरूर करिया जे, तां जो ये वीडियो श्री अकाल तख्त साहब के जथेदार साहब तक भी पहुँचे, श्री सबरा साहब तक भी पहुँचे, तो भी अपने नां नालों जे अकाल तख्त साहब के प्रतिनिध बन ही गए ने, वो चिट्ठी जदों जारी करन ते फिर अपने नां नालों अपना सरनेम भी हटा लैन। बतौर सिख पेश करना तो अपने आप नूं सिख लैन। ये बेनती है। मैं तुरदे तुरदे अंत च एक गल फिर कहनी जरूरी समझदा कि अनायतपुर कांड विच जो सिख कौम दी, सिख सभ्यता दी, सिख औरतां दी, धर्म दी बेपती की गई है, वो हले अपनी थां ते उवें दी उवें बरकरार जे। उस दे नमित कोई भी हल नहीं कढ़िया गया। सिखां ते ही परचे दर्ज होए ने, सिखां दे खिलाफ ही मामले दर्ज होए ने। प्रवासी गुजरां के खिलाफ कोई भी कार्रवाई नहीं जे हुई। अते जिवें सिख कौम ते ललकारे मारे गए ने, वो ललकारे हले तक कौम वालों बोचे नहीं जे गए। वो बोचने ते अणख विच गल करनी, स्वैमान नूं बरकरार कराउणा, औरतां दी इज्जत मान नूं शिखर ते ले जाउणा अते सिखां नूं घेर के दबेल बनाउण दीआं नीतियां दे खिलाफ आवाज़ बुलंद करनी, निर्णय करना ते इस नमित कोई हल कढ़ने, परमानेंट हल कढ़ने हाले बकाया जे। अनायतपुर की घटना नूं निजी घटना कह के उसनूं खत्म ना करो। वो चाहे निजी सी, पर गुजरां वल्लों शाही इमाम लुधियानवी जी ने उसनूं दो फिरकियां विच चेंज करके फिरकू एक सुरतां नूं भंग कीता ते फिरकुआना सोच नूं बहुत शिखर ते लैके गए ने। उस नमित उन्हां तो भी गुजरां तो भी मुआफ़ीनामा सामने आउणा चाहिए। इंज दी सानू इस्लाम सिख सांझ नहीं चाहिए। बड़ी स्पष्ट, निखरवी, अडरी, अटल सोच जे है। सानू साईं मियाँ मीर वाली, गुरु अर्जन पातशाह जी वाली, भाई मरदाने नाल गुरु नानक पातशाह जी दी ते गुरु नानक पातशाह जी नाल भाई मरदाने जी दी वो सांझ चाहिदी है, जिस विच भाई मरदाना जी कहंदे ने तेरे संग निभ आवे। ना कि यह चाहिदी है कि ओदे हुण दे वंशज ओदियां एग्जाम्पलां दे के साडियां धीआं भैणां नूं ललकारे मारन, साडी अणख नूं अपने इस्लाम दी चुंझ ते रोलन ते फिर कहन बाद विच कि जी असी तां सांझ पैदा करन आए सां। ललकारे मारन वाली सांझ कदे भी श्री अकाल तख्त साहब ते खालसा पंथ ने
ਸਵੀਕਾਰ ਨਹੀਂ ਜੇ ਕੀਤੀ। ਇਸ ਨੂੰ ਤੁਰਦੇ ਤੁਰਦੇ ਸਭਰਾ ਸਾਹਿਬ ਨੂੰ ਵੀ ਸਮਝਾਉਣਾ ਚਾਹੁੰਦਾ, ਅਲਾਇੰਸ ਨੂੰ ਵੀ ਦੱਸਣਾ ਚਾਹੁੰਦਾ, ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਵੀ ਦੱਸਣਾ ਚਾਹੁੰਦੇ ਆ, ਕਿਸਾਨ ਯੂਨੀਅਨਾਂ ਨੂੰ ਵੀ ਦੱਸਣਾ ਚਾਹੁੰਦੇ ਆ, ਤੇ ਅਨਾਇਤਪੁਰ ਦੇ ਹਰ ਸਿੱਖ ਟੱਬਰ ਨੂੰ ਵੀ ਦੱਸਣਾ ਚਾਹੁੰਦੇ ਆ। ਕੁਝ ਮਸਲੇ ਅਜਿਹੇ ਹੁੰਦੇ ਨੇ ਜਿਨ੍ਹਾਂ ਮਸਲਿਆਂ ਕਰਕੇ ਕੌਮ ਦੀ ਪੱਗ ਪਰੇ ਚਲਾ ਕੇ ਵਗਾਹ ਮਾਰੀ ਜਾਂਦੀ ਏ। ਉਹਨਾਂ ਮਸਲਿਆਂ 'ਚੋਂ ਹੀ ਇੱਕ ਹੈ ਮਸਲਾ ਅਨਾਇਤਪੁਰ ਦਾ ਖੜਾ ਕਰ ਦਿੱਤਾ ਗਿਆ ਸੀ, ਨਹੀਂ ਬਣਾ ਦਿੱਤਾ ਗਿਆ। ਬਣਾਉਣ ਵਾਲਾ ਇਸ ਮਸਲੇ ਨੂੰ ਲੁਧਿਆਣਵੀ ਜੀ ਸ਼ਾਹੀ ਇਮਾਮ ਨੇ, ਜਿਹਨੂੰ ਇਹ ਲੋਕ ਦੱਸ ਰਹੇ ਨੇ ਚੱਕੀ ਰਾਹੇ ਜਿੰਨੀ ਪੁੱਛ ਨਹੀਂ ਹੁੰਦੀ, ਪਰ ਉਹ ਆਪਣੀ ਪੁੱਛ ਪੜਤਾਲ ਤੇ ਆਪਣੀ ਕੌਮ ਦੀ ਪੁੱਛ ਪੜਤਾਲ ਕਰਵਾ ਗਿਆ। ਚੱਕੀ ਰਾਹ ਤੁਹਾਨੂੰ ਬਣਾ ਗਿਆ ਜੇ, ਤੁਸੀਂ ਖੁਦ ਚੱਕੀ ਰਾਹੇ ਬਣ ਕੇ ਪੰਬੀਰੀ ਆਕਣ ਘੁਮਾ ਗਿਆ ਜੇ। ਗੱਲ ਕੋੜੀ ਲੱਗੇਗੀ ਪਰ ਸੱਚ ਜੇ, ਇਸ ਦਾ ਜਵਾਬ ਆਉਣਾ ਚਾਹੀਦਾ।